ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਤਿਗੁਰੂ ਜੀ ਦੀ ਕਿਰਪਾ ਨਾਲ ਮੂਲ ਮੰਤਰ ਦੀ ਵਿਚਾਰ ਕਰ ਰਹੇ ਹਾਂ ਤੇ ਇਸ ਤੋਂ ਪਹਿਲਾਂ ਆਪਾਂ ਮੇਰੇ ਖਿਆਲ 'ਚ 3-4 ਵਿਚਾਰਾਂ ਕਰ ਚੁੱਕੇ ਹਾਂ। ਓੰਕਾਰ, ਦੂਜੀ ਵਿਚਾਰ ਇੱਕ ਓੰਕਾਰ ਤੇ ਤੀਸਰੀ ਵਿਚਾਰ ਜਿਹੜੀ ਹੈ ਉਹ ਸਤਿਨਾਮ ਕਰਤਾ ਪੁਰਖ। ਤੇ ਅੱਜ ਦੀ ਜਿਹੜੀ ਵਿਚਾਰ ਹੈ ਉਹ ਆਪਾਂ ਨਿਰਭਉ ਤੋਂ ਸ਼ੁਰੂ ਕਰਦੇ ਹਾਂ। ਨਿਰਭਉ ਇਹ ਇੱਕ ਓੰਕਾਰ ਦਾ ਜਿਸ ਨੂੰ ਗੁਰੂ ਜੀ ਨੇ ਸਤਨਾਮ ਕਰਤਾ ਪੁਰਖ ਆਖਿਆ, ਉਸੇ ਦਾ ਮਹਾਨ ਗੁਣ ਹੈ ਨਿਰਭਉ। ਆਪ ਜੀ ਆਮ ਵਿਆਖਿਆ ਦੇਖਣ ਲਈ ਮੇਰੇ ਪੰਥ ਦੇ ਮਹਾਨ ਤੇ ਸਿਰਮੌਰ ਵਿਦਵਾਨ ਭਾਈ ਪ੍ਰੋਫੈਸਰ ਸਾਹਿਬ ਸਿੰਘ ਜੀ ਉੱਥੋਂ ਦੇਖ ਸਕਦੇ ਹੋ, ਪਰ ਆਪਾਂ ਥੋੜ੍ਹੀ ਜਿਹੀ ਇੱਥੇ ਵਿਚਾਰ ਵਿਸਥਾਰ ਨਾਲ ਤਾਂ ਕਰਦੇ ਹਾਂ ਜੋ ਮੇਰੇ ਮਨ ਵਿੱਚ ਬੈਠਾ ਹੋਇਆ, ਖਾਸ ਤੌਰ 'ਤੇ ਉਹਨਾਂ ਪ੍ਰੇਮੀਆਂ ਲਈ ਜਿਹੜੇ ਬਾਣੀ ਨੂੰ ਥੋੜ੍ਹਾ ਜਿਹਾ ਵਿਸਥਾਰ ਨਾਲ ਸਮਝਣਾ ਚਾਹੁੰਦੇ ਨੇ ਤੇ ਨਾਲ ਦੂਜੇ ਭੈਣ ਭਰਾਵਾਂ ਨੂੰ ਦੱਸਣਾ ਚਾਹੁੰਦੇ ਨੇ, ਸਿਖਾਉਣਾ ਚਾਹੁੰਦੇ ਨੇ। ਤੇ ਅੱਜ ਆਪਾਂ ਪਹਿਲਾਂ ਨਿਰਭਉ ਸ਼ੁਰੂ ਕਰ ਰਹੇ ਹਾਂ। ਨਿਰਭਉ ਨਿਰਭਉ ਇਸ ਵਿੱਚ ਦੋ ਸ਼ਬਦ ਹਨ। ਨਿਰ ਅਤੇ ਭਉ। ਤੁਸੀਂ ਦੇਖ ਰਹੇ ਹੋ ਨਾਲ ਦੇ ਨਾਲ ਇੰਗਲਿਸ਼ ਦੇ ਅੰਦਰ ਮੇਰੇ ਬੜੇ ਸਤਿਕਾਰਯੋਗ ਵੀਰ ਜੀ ਵੀਰ ਭੁਪਿੰਦਰ ਸਿੰਘ ਜੀ ਕੈਨੇਡਾ ਤੋਂ, ਉਹ ਆਪਣੇ ਬੱਚਿਆਂ ਦੇ ਨਾਲ ਮਿਲ ਕੇ ਇਸ ਨੂੰ ਕਰ ਰਹੇ ਨੇ, ਪਰ ਥੋੜ੍ਹਾ ਜਿਹਾ ਟਾਈਮ ਜ਼ਿਆਦਾ ਨਾ ਹੋਣ ਕਰਕੇ ਜਿੰਨਾ ਹੋਰ ਸਾਨੂੰ ਰਲ ਕੇ ਦੋਨੋਂ ਚੀਜ਼ਾਂ ਕਰਨੀਆਂ ਚਾਹੀਦੀਆਂ ਸੀ ਉਨਾ ਵਧੀਆ ਸਾਥੋਂ ਹੋ ਸਕਦਾ ਨਾ ਹੋਇਆ ਹੋਵੇਗਾ। ਇਹ ਦੋ ਸ਼ਬਦ ਨੇ ਨਿਰ ਅਤੇ ਭਉ। ਆਪਾਂ ਪਹਿਲਾਂ ਨਿਰ ਦਾ ਅਰਥ ਕਰਦੇ ਹਾਂ। ਨਿਰ ਨਿਰ ਦਾ ਜਿਹੜਾ ਅੱਖਰੀ ਅਰਥ ਹੈ ਉਹ ਹੈ ਬਿਨਾ। ਨਿਰ ਦਾ ਅੱਖਰੀ ਅਰਥ ਬਿਨਾ, ਵਿਦਾਊਟ। ਔਰ ਦਾਸ ਨੇ ਇਹਦੇ 'ਚੋਂ ਬ੍ਰੈਕਟ 'ਚ ਜਿਹੜਾ ਮਹਾਨ ਕੁਸ਼ ਲਿਖਿਆ ਹੋਇਆ, ਉਹ ਛੋਟਾ ਉਹਦਾ ਰੂਪ ਲਿਖਿਆ। ਮਹਾਨ ਕੁਸ਼ ਵਿੱਚੋਂ ਦਾਸ ਕਾਫੀ ਗੁਰੂ ਦੀ ਕਿਰਪਾ ਦੇ ਨਾਲ ਇਹਨਾਂ ਦੋ ਵਿਦਵਾਨਾਂ ਨੂੰ ਕਾਫੀ ਜਿਨ੍ਹਾਂ ਤੋਂ ਸੇਧ ਮਿਲਦੀ ਹੈ। ਮਹਾਨ ਕੋਸ਼ ਵਿੱਚ ਲਿਖਿਆ ਕਿ ਸੰਸਕ੍ਰਿਤ ਦਾ ਸ਼ਬਦ ਹੈ ਨਿਰ, ਇਹਦਾ ਅਰਥ ਹੈ ਅੱਖਰੀ ਬਿਨਾ। ਪਰ ਇੱਥੇ ਇੱਕ ਹੋਰ ਚੀਜ਼ ਖਿਆਲ ਵਿੱਚ ਰੱਖਣਾ, ਗੁਰਬਾਣੀ ਅੰਦਰ ਨਿਰ ਸ਼ਬਦ ਇਕੱਲਾ ਨਹੀਂ ਆਇਆ।
ਵੱਖਰਾ ਸਾਰੀ ਬਾਣੀ ਵਿੱਚ ਨਿਰ ਸ਼ਬਦ ਜਿਹੜਾ ਹੈ ਇਕੱਲਾ ਨਹੀਂ ਆਇਆ। ਤੁਸੀਂ ਪੂਰਾ ਧਿਆਨ ਇਹਦੇ 'ਚ ਦੇਣਾ ਤਾਂ ਆਪਣਾ ਇਹ ਸਾਰਾ ਕੁਝ ਸਮਝ 'ਚ ਆਵੇਗਾ। ਜ਼ਿਆਦਾ ਹਮੇਸ਼ਾ ਕਿਸੇ ਸ਼ਬਦ ਦੇ ਨਾਲ ਹੀ ਅਗੇਤਰ ਦੇ ਰੂਪ ਵਿੱਚ ਆਇਆ ਹੈ। ਇਧਰ ਬੇਟੇ ਮੈਂ ਫਿਰ ਦੁਹਰਾ ਲਵਾਂ, ਇਹ ਨਿਰ ਸ਼ਬਦ ਹੈ, ਇਹਦਾ ਅਰਥ ਹੈ ਬਿਨਾ, ਰਹਿਤ। ਇਹ ਹਾ ਹੈ ਰਹਿਤ, ਜਾਂ ਹੀਨ ਵੀ ਆਉਂਦਾ ਅੱਗੇ ਜਾ ਕੇ ਨਾ, ਜਿਵੇਂ ਨਿਰਗੁਣ ਗੁਣਹੀਨ। ਪਰ ਇਹ ਨਿਰ ਸ਼ਬਦ ਆਪਣੇ ਆਪ ਵਿੱਚ ਇਕੱਲਾ ਨਹੀਂ ਆਇਆ। ਜਦੋਂ ਵੀ ਆਵੇਗਾ ਅਗੇਤਰ ਆਵੇਗਾ, ਅਗੇਤਰ ਦੇ ਰੂਪ ਵਿੱਚ। ਅਗੇਤਰ ਦਾ ਅਰਥ ਆਪਾਂ ਅੱਗੇ ਕਰ ਚੁੱਕੇ ਹਾਂ ਕਿ ਅੱਗੇ, ਇਹ ਦੇਸੀ ਭਾਸ਼ਾ 'ਚ ਅਗੇਤਰ ਪਛੇਤਰ, ਅਗੇਤਰ ਅੱਗੇ, ਪਛੇਤਰ ਪਿੱਛੇ। ਤਾਂ ਕਿਸੇ ਦੇ ਅਗੇਤਰ ਆਵੇਗਾ, ਅਗੇਤਰ ਦਾ ਭਾਵ ਹੈ ਅੱਗੇ ਲੱਗ ਕੇ ਆਵੇਗਾ, ਔਰ ਇੱਥੇ ਇਹ ਅਗੇਤਰ ਹੈ। ਇਹ ਭਉ ਇੱਕ ਸ਼ਬਦ ਹੈ, ਭਉ ਸ਼ਬਦ ਹੈ। ਇਹ ਭਉ ਦੇ ਨਾਲ ਅਗੇਤਰ ਬਣ ਕੇ ਆਇਆ, ਨਿਰਭਉ। ਤੇ ਇੱਥੇ ਇਹ ਭਉ ਦਾ ਅਗੇਤਰ ਹੈ। ਤੇ ਭੈ ਦਾ ਅਰਥ, ਇਹ ਸੰਸਕ੍ਰਿਤ ਦੇ ਜਿਹੜਾ ਭਉ ਸ਼ਬਦ ਹੈ, ਇਹ ਭਉ ਉੱਥੇ ਲਿਖਿਆ ਹੋਇਆ ਹੈ। ਇਹ ਭਉ ਸ਼ਬਦ ਜਿਹੜਾ ਹੈ ਇਹ ਭਯ ਸ਼ਬਦ ਤੋਂ ਬਣਿਆ ਹੋਇਆ। ਭਯ ਜਿਹਦਾ ਅਰਥ ਹੈ ਡਰ। बेटे जी तो सारा कुछ हाँ जी। भौ का अर्थ है भै, डर, खौफ। ये इक्को दे नाम ने। भै भी कह सकते हैं, डर भी कह सकते हैं, खौफ भी कह सकते हैं। जिन्होंने उन्होंने ब्रैकेट च वीर जी का फीयर लिखिया है, डर। इत्थे एक गल जिहड़ी होर आपां थोड़ी जी कर लैनी है कि गुरबाणी विच भौ दे होर भी अर्थ हैं। गुरबाणी अंदर भौ दे होर भी अर्थ हैं और महान कोश की मदद नाल जिन्ने को मिले ने, मैं सिर्फ उन्होंने संखेप विच ही आप जी नाल साझा करांगा। जिवें एक ते कर लिया डर, दूसरा इहदा अर्थ है भौना, घूमना। फिर इहदा एक अर्थ है जन्म, बर्थ जिन्हों आपां कहने आ। एक इहदा अर्थ जिहड़ा है, बेटे नूं ठीक कर दे दोबारा, तू एवें छेड़ देता मेरा सिस्टम। हाँ जी, क्षमा करना मैनू। भौना, जन्म। एक इहदा अर्थ है भव जल का संखेप, जिन्हों आपां संसार समुंदर कहने आ, उहदा संखेप। एक इहदा अर्थ भाग, हिस्सा, पार्ट। जिवें वो है ना, एक भौ लथी नातिया, दो भा चढ़ियस होर। उत्थे भौ दा अर्थ भाग, हिस्सा। इस तरह के होर भी अर्थ ने। तां इवें अर्थ बनिया। जड़ा इत्थे एक होर गल जिहड़ी आपां चेते रखनी है, पुराने समय च ना एक रिवाज चल पिया सी
कि एक एक अर्थ दे एक एक पंक्ति के 17 अर्थ करी जाने। ये पुराना एक रिवाज चल पिया सी ते ओहदे विच वो अपनी महानता समझते सी भी इहदा अर्थ है भी बन गया, इहदा अर्थ आ भी बन गया, इहदा अर्थ ये भी बन गया। पर इस तरह गुरबाणी च बिल्कुल नहीं होता। गुरबाणी अंदर एक वक्त एक ही अर्थ करना है, 2 3 4 हाँ पर्यायवाची शब्द वरत सकते हैं। पर्यायवाची शब्द भौ नहीं आख्या तो खौफ कह देता, भौ नहीं आख्या तो डर कह देता, जिमें पानी है पानी नहीं आख्या जल कह दिता, आब कह दिता। पर यह नहीं कि उहदे मीनिंग ही वक्रे वक्रे हो। तो इस तरह जिहड़ा एक नुकता चेते करने वाला है वो इहो ही है कि गुरबाणी विच जिहड़ा ये जिन्नी बारी ये शब्द आवेगा उन्नी बार आपां सिर्फ उही अर्थ करना है जिहड़ा उस प्रकरण दे मुताबिक है। ये आपां चेते रखना है कि भौ दा वो अर्थ करना है जिहड़ा उस थां ते टुकदा है। आ देखो गुरबाणी विचों गुरु की किरपा दे नाल ना आपां नूं कुछ प्रमाण भी मिले ने सतगुर की किरपा नाल, क्योंकि मैं पहला असल च दूजे पासे थोड़ा जा खोलिया सी। आ देखो जिहड़ा भौ है, क्षमा करना हुण मैं आप जी दे नाल सांझ कर रहा वां, निरभौ शब्द। हुण आपां गल कर रहे हैं निरभौ दी कि निरभौ इत्थे एक ओंकार वास्ते वरतिया है, पर गुरबाणी दे अंदर ये निरभौ शब्द गुरु साहबान लई भी वरतिया गया है। मैं आप जी दे नाल वो पंक्तियां सांझियां सामने करना चाहुंदा तुहाडे सामने। जिवें इत्थे निरभौ एक ओंकार दा विशेषण बन के आया है, उवें ही ये होर थावें भी गुरबाणी अंदर विशेषण दे रूप विच आउंदा है। ये गल क्योंकि काफ़ी वारी दास वेखदा है कि बहुत वारी असीं मूँह तो ऐसियां गल्लां कर जाने आ जिहड़ियां मन घड़त हुंदियां ने। जिवें इहदे बारे मैं आप जी दे नाल कुछ समय बाद विचार करांगा, जिहड़ी आपां शुरू तो कीती सी। साडे सत्कारयोग वीर जी वीर गुरचरण सिंह जी भी बैठे ने, उन्हां नाल भी आपां गल कीती सी, क्योंकि ये मैनूं सुनने च आया कि जिहड़ा ये एका है कि इहदे नाल ये जीरो लाई है पहलां, पर इस तरह बेअंत शब्द होर भी ने कि जिहड़े आपां मर्जी नाल अर्थ बना देने आ, पर इस तरह असल विच हुंदा नहीं है। इहदे उत्ते विचार आपां बाद विच करांगे। तां इस तरह कई बारी कईयां नूं भुलेखा लगदा भी एक कक्के नूं जी औंकड़ है तो ये सिर्फ रब वास्ते है जी, रब एक वचन है तो ये भी एक है। नहीं, ये एक बोली सी, उस बोली के अनुसार एक वचन है, किसे नाल भी आ सकता है, एक किसे नाल भी आ सकता है। अज आपां निरभौ की कल्ली गल कर रहे हैं कि जिवें निरभौ एक ओंकार वास्ते आया है, उस तरह ये निरभौ होरां वास्ते जिवें गुरु साहब लई आया। अब पहला प्रमाण है भै निरभौ हारे अटल माने शब्द गुर नेजा गड्डिओ। ये पन्ना 1399 ते है। आपां थोड़ा पढ़ना है पर समझना ज़्यादा है। आपां हुण यह गल कर रहे हैं कि निरभौ शब्द जे एक ओंकार वास्ते वरतिया है तो ये विशेषण है, ये गुरु साहब लई भी वरतिया है। आ देखो प्रमाण है 1399 अंक ते है, भै निरभौ हारे अटल माने शब्द गुर नेजा गड्डिओ। और अर्थ सत्कारयोग प्रोफैसर सैफ सिंह जी दे हूबहू दास ने लिखे ने, ताकि कोई गलबात वध घट ना रहे। हरी दा भौ रखण दे कारण, देखो भै
ਹਰੀ ਦਾ ਭਉ ਰੱਖਣ ਦੇ ਕਾਰਨ ਨਿਰਭਉ, ਇਹ ਨਿਰਭਉ ਜਿਹੜਾ ਸ਼ਬਦ ਹੈ ਗੁਰੂ ਅਮਰਦਾਸ ਜੀ ਵਾਸਤੇ ਹੈ। ਗੁਰੂ ਅਮਰਦਾਸ ਜੀ ਨਿਰਭਉ ਹੈ। ਭੈ ਨਿਰਭਉ ਅਰਥ ਬਣ ਗਿਆ ਕਿ ਰੱਬ ਦਾ ਭੈ ਹਿਰਦੇ ਵਿੱਚ ਰੱਖਣ ਕਰਕੇ ਗੁਰੂ ਅਮਰਦਾਸ ਜੀ ਨਿਰਭਉ ਹੋ ਗਏ। ਹੁਣ ਆਪਾਂ ਇਹ ਗੱਲ ਇੱਥੇ ਹੋਰ ਸਿੱਖ ਲਈ ਹੈ ਵੀ ਜੇ ਨਿਰਭਉ ਏਕ ਓੰਕਾਰ ਲਈ ਆਇਆ ਹੈ ਤੇ ਉਸ ਇੱਕ ਓੰਕਾਰ ਦਾ ਰੂਪ ਜਿਹੜਾ ਗੁਰੂ ਹੈ ਉਹਦੇ ਲਈ ਵੀ ਗੁਰੂਦੇਵ ਨੇ ਨਿਰਭਉ ਸ਼ਬਦ ਵਰਤਿਆ ਹੈ। ਇਸ ਤੋਂ ਅੱਗੇ ਇੱਕ ਹੋਰ ਹੈ। ਇਸ ਪੰਕਤੀ ਵਿੱਚ 184 ਅੰਕ ਤੇ ਪੰਕਤੀ ਹੈ। ਜਿਹੜਾ ਸਿਮਰਨ ਕਰਦਾ ਹੈ ਉਹਦੇ ਲਈ ਵੀ ਸਤਿਗੁਰੂ ਜੀ ਨੇ ਨਿਰਭਉ ਸ਼ਬਦ ਵਰਤਿਆ। ਔਰ ਇਹ ਗੁਰਬਾਣੀ ਦੇ ਪ੍ਰਮਾਣ ਨੇ। ਗੌੜੀ ਗੁਆਰੇਰੀ ਮਹੱਲਾ ਪੰਜਵਾਂ ਪੰਨਾ 184 ਤੇ ਹੈ। ਸਿਮਰੇ ਸਿਮਰੇ ਪ੍ਰਭ ਨਿਰਭਉ ਹੋਏ। ਆਖਰੀ ਅਰਥ ਹੈ ਜਿਹੜਾ ਮਨੁੱਖ ਉਸ ਪ੍ਰਭੂ ਨੂੰ ਸਿਮਰਦਾ ਹੈ ਉਹ ਦੁਨੀਆ ਦੇ ਡਰਾਂ ਵੱਲੋਂ ਨਿਡਰ ਹੋ ਜਾਂਦਾ ਹੈ। ਇਹ ਦੂਸਰਾ ਪ੍ਰਮਾਣ ਸਾਡੇ ਸਾਹਮਣੇ ਆ ਗਿਆ ਕਿ ਨਿਰਭਉ ਗੁਰਬਾਣੀ ਨੇ ਸ਼ਬਦ ਬੰਦਗੀ ਵਾਲੇ ਵਾਸਤੇ ਵੀ ਵਰਤਿਆ ਹੈ ਕਿ ਜਿਹੜਾ ਸਿਮਰਨ ਕਰਦਾ ਹੈ, ਸਿਮਰਨ ਕਰ ਕਰਕੇ ਉਹ ਜੀਵ ਜਿਹੜਾ ਹੈ ਉਹ ਨਿਰਭਉ ਹੋ ਜਾਂਦਾ ਹੈ। ਔਰ ਇੱਥੇ ਦਾਸ ਨੇ ਜਿੰਨਾ ਕੁ ਗੁਰੂ ਲਿਖਾ ਰਿਹਾ ਕਿ ਇਸ ਤੁਕ ਵਿੱਚ ਨਿਰਭਉ ਪ੍ਰਭੂ ਲਈ ਨਹੀਂ ਆਇਆ। ਸਿਮਰ ਸਿਮਰ ਪ੍ਰਭ ਨਿਰਭਉ ਹੋਏ। ਇੱਥੇ ਨਿਰਭਉ ਪ੍ਰਭੂ ਲਈ ਨਹੀਂ ਹੈ। ਸਿਮਰ ਸਿਮਰ ਪ੍ਰਭ, ਪ੍ਰਭੂ ਨੂੰ ਸਿਮਰ ਸਿਮਰ ਕੇ ਨਿਰਭਉ ਹੋਏ। ਮਨੁੱਖ ਨਿਰਭਉ ਹੋ ਜਾਂਦਾ ਹੈ। ਇਸ ਤੋਂ ਅੱਗੇ ਇੱਕ ਹੋਰ ਪਿਆਰਾ ਬਚਨ। ਗੁਰੂ ਦੇ ਉਪਦੇਸ਼ ਲਈ ਵੀ ਨਿਰਭਉ ਸ਼ਬਦ ਆਇਆ ਹੈ। ਰੱਬ ਦੇ ਉਪਦੇਸ਼ ਲਈ ਵੀ ਨਿਰਭਉ ਸ਼ਬਦ ਆਇਆ ਹੈ। ਆ ਬਚਨ ਹੈ ਗੌੜੀ ਗੁਆਰੇਰੀ ਗੌੜੀ ਮਹੱਲਾ ਪੰਜਵਾਂ ਪੰਨਾ 206 ਉੱਤੇ ਹੈ। ਸੰਤੀ ਮੰਤ ਦਿਓ ਮੋਹਿ ਨਿਰਭਉ, ਗੁਰ ਕਾ ਸ਼ਬਦ ਕਮਾਇਆ। ਇਸ ਤੁਕ ਵਿੱਚ ਨਿਰਭਉ ਮੰਤ ਨਾਲ ਆਇਆ ਹੈ। ਦੇਖੋ, ਸੰਤੀ ਮੰਤ ਦਿਓ ਮੋਹਿ ਨਿਰਭਉ, ਉਹ ਨਿਰਭਉ ਭਾਵੇਂ ਅੱਗੇ ਲਿਖਿਆ ਪਰ ਅਰਥਾਂ ਵੇਲੇ ਉਹ ਮੰਤ ਦੇ ਨਾਲ ਜੋੜ ਕੇ ਅਰਥ ਕਰਨਾ ਹੈ। ਨਿਰਭਉ ਮੰਤ, ਨਿਰਭਉ ਉਪਦੇਸ਼ ਕਿ ਰੱਬ ਦੇ ਪਿਆਰਿਆਂ ਨੇ ਅਖਰੀ ਅਰਥਦਾਸ ਇੱਥੇ ਲਿਖਿਆ ਨਿਰਭਉ ਮੰਤ ਨਿਡਰ ਉਪਦੇਸ਼। ਸੰਤਾਂ ਨੇ ਮੈਨੂੰ ਇਹਨਾਂ ਪੰਜਾਂ ਵਿਖਾਦੀਆਂ ਤੋਂ ਨਿਡਰ ਕਰਨ ਵਾਲਾ ਉਪਦੇਸ਼ ਦਿੱਤਾ ਹੈ। ਨਿਡਰ ਕਰਨ ਵਾਲਾ ਉਪਦੇਸ਼। ਤਾਂ ਇਸ ਤਰ੍ਹਾਂ ਇਹ ਜਿਹੜਾ ਨਿਰਭਉ ਸ਼ਬਦ ਹੈ ਗੁਰੂ ਦੀ ਕਿਰਪਾ ਦੇ ਨਾਲ ਇੱਥੇ ਇੱਕ ਹੋਰ ਬਚਨ ਕਿ ਨਿਰਭਉ ਸ਼ਬਦ ਮਨ ਵਾਸਤੇ ਵੀ ਵਰਤਿਆ। ਮਨ ਦਾ ਵਿਸ਼ੇਸ਼ਣ ਹੈ। ਔਰ ਕਿਸ ਮਨ ਦਾ? ਜਿਹੜਾ ਪਰਮਾਤਮਾ ਨਾਲ ਜੁੜਿਆ ਹੋਇਆ ਹੈ। ਆ ਬਚਨ ਹੈ ਇਹੋ ਮਨ ਨਿਰਭਉ ਗੁਰਮੁਖ ਨਾਮ। ਇੱਥੇ ਨਿਰਭਉ ਮਨ ਦਾ ਵਿਸ਼ੇਸ਼ਣ ਹੈ। ਨਿਰਭਉ ਇਜ਼ ਐਨ ਐਡਜੈਕਟਿਵ ਆਫ ਮਨ। ਮਨ ਦਾ ਵਿਸ਼ੇਸ਼ਣ ਹੈ। ਮਨ ਦੀ ਵਿਸ਼ੇਸ਼ਤਾ ਕਰਦਾ ਹੈ ਕਿ ਜਿਹੜਾ ਗੁਰੂ ਦੀ ਸ਼ਰਨ ਵਿੱਚ ਪੈ ਕੇ ਨਾਮ ਦੇ ਮੰਮੀ ਨੂੰ ਸਿਹਾਰੀ ਹੈ
कि गुरु की शरण विच पै के गुरु उपदेश राही जिहड़ा नाम विच जुड़दा है वो मन निरभउ हो जाता है। एक होर प्रमाण है पूरी संखेप विच है, निरभउ भय प्राण चिंता सगल लही। प्राणां लई भी ਜਿਹੜੇ प्राण मालक की बंदगी करते हैं ना, वो प्राण निरभउ हो जाते हैं, भाव कि वो जीवन जिहड़ा है निरभउ हो जाता है। तो ये गल जिहड़ी है अज आपां इहदे विच ये सांझी आप जी नाल कीती है सारिआं दे नाल, कि जिहड़ा निरभउ शब्द है वो जिस तरह इत्थे एक ओंकार लई वरतिया है, ये निरभउ जिहड़ा है ये असल विच विशेषण है जिहदा अखरी अर्थ है डर रहत। कि जिहड़ा एक ओंकार है वो निरभउ है, उन्होंने किसी का डर नहीं। दास इत्थे ज़्यादा विस्तार विच नहीं जावेगा, पर गुरु की कृपा दे नाल किसी कारण दास नूं पुराण पढ़न की लोड़ पैगी। मारकंडे पुराण, भविष्य पुराण, विष्णु पुराण ते स्कंद पुराण। मैं उन्हां पुराणां दे विच वेखिआ कि जिन्हां नूं ये भगवान कहंदे ने लोग, वो विचारे डरदे फिरदे ने। कोई किसे तो डरदा है, कोई किसे तो डरदा है, कोई किसे तो, कोई किसे तो। मैं आप पढ़िया पुराणां दे विचों, सुनी हुई गल नहीं करदा पिया, पर इत्थे मेरे गुरु नानक पातशाह ने दुनिया नूं दस्सिआ है कि असल विच गुरु नानक पातशाह जी दुनिया नूं इस एक ओंकार दे नाल जोड़ रहे ने ते दस रहे ने कि जिहड़ा एक ओंकार है वो कोई देवी नहीं, कोई देवता नहीं, कोई बंदा नहीं, कोई पैगंबर नहीं। एक ओंकार उस महान शक्ति का नाम है जो निरभउ है, उन्होंने भै नहीं है, उन्होंने डर नहीं है, किसी बंदे का डर नहीं, किसी गुआढ़ी राजे का डर नहीं, किसी बीमारी का डर नहीं, किसी जन्म मरण का डर नहीं, किसी धुप छां गरीबी मुसीबत किसी चीज़ का डर नहीं है। और जिहड़ा कुछ होर विस्तार आपां पढ़िया है कि साफ शब्दां विच है कि जिहड़ा एक ओंकार का पुजारी है वो निरभउ होवेगा। जिहड़ा एक ओंकार नूं जपदा है वो निरभउ होवेगा। आपां ये सीखना है कि असी इस गुण नूं जिंदगी विच धारण करना है। और खिमा करना हर प्रचारक का अपना अपना जिन्ना को मालक देंदा है ख्याल हुंदा है। दास दे ख्याल विच इहो ही है, क्योंकि जिन्ना ज़्यादा उस एक ओंकार नूं गावेगा, उन्होंने पढ़ेगा, कन्नां नाल सुनेगा, एक ओंकार की संगत करेगा, उहदे गुण गावेगा, उहदे अंदर ये चीज़ अपने आप हौली हौली करके वस जाएगी। असी भी एक ओंकार नाल जुड़ जावांगे। तो जिवें सानूं हुण डर नहीं लगदा मेरी कुर्सी ना खुस जे, डर ही खाई जाता कुर्सी ते बैठिया भी, मैं इंज ना हो जावां, मैं बुढ़ा ना हो जावां, मैं मर ना जावां, मैनू घाटा ना पै जावे, ये सारे डर ने। मेरा कोई साथी ना निखड़ जावे, मता मेरा ये काम ना होवे, ये सारे काम डर जिहड़े ने ये साडे उतर जाणगे जदों असी एक ओंकार दे नाल जुड़ जावांगे। तां ये रब दा बहुत वड्डा गुण है निरभउ, कि परमात्मा जिहड़ा है ये भै रहत है। मैं इस तो अगे जाण तो पहला फिर ये गल साफ कर दियां कि श्री गुरु नानक देव जी इस मूल मंत्र दे अंदर सानू सिर्फ अजे तक ये समझा रहे ने कि एक ओंकार कौन है। क्योंकि दुनिया ने ओंकार किनू समझिया ये आपां एक वड्डे वीर जी असी विस्तार दे नाल एक खास विचार कीती है, वो आप जी जरूर देखना कि वो एक ओंकार दी नहीं है, वो ओंकार दी है। एक वाला ओंकार नहीं, खाली ओंकार जिहड़ा है ते ये है एक ओंकार दा वड्डा गुण। ते इस तो अगे आपां अज जिहड़ा है निरभउ दे अगे आपां निर्वैर दी जिहड़ी है वो विचार करते हाँ। निर्वैर जिहड़ा है ये उस परमात्मा दा अगला गुण है, उस एक ओंकार दा अगला गुण है। निर
ਨਿਰਵੈਰ। ਨਿਰਵੈਰ। ਹਾਂਜੀ, ਅੱਗੇ ਨਿਰ ਦੇ ਉੱਤੇ ਆਪਾਂ ਤਕਰੀਬਨ ਵਿਚਾਰ ਕਰ ਬੈਠੇ ਹਾਂ ਕਿ ਨਿਰ ਦਾ ਅਰਥ ਹੈ ਬਿਨਾ। ਇਹ ਆਪਾਂ ਵਿਚਾਰ ਕਰ ਲਈਏ। ਉਹਦੇ ਨਾਲ ਹੈ ਵੈਰ, ਰਾਰੇ ਨੂੰ ਔਂਕੜ ਹੈ। ਇਹ ਪੁਲਿੰਗ ਅਤੇ ਇੱਕ ਵਚਨ ਸ਼ਬਦ ਦੀ ਨਿਸ਼ਾਨੀ ਹੁੰਦੀ ਹੈ। ਪਰ ਇੱਕ ਵਿਚਾਰ ਜਿਹੜੀ ਮੈਂ ਅੱਜ ਤੱਕ ਆਪ ਜੀ ਨਾਲ ਨਹੀਂ ਕੀਤੀ, ਉਹ ਅੱਜ ਵੀ ਨਹੀਂ ਕਰਾਂਗਾ। ਉਹਦੇ ਲਈ ਮੈਨੂੰ 2 ਹਫ਼ਤੇ ਸਮਾਂ ਹੋਰ ਲੱਗ ਜਾਣਾ ਹੈ ਮੂਲ ਮੰਤਰ ਕਰਨ ਤੋਂ ਬਾਅਦ, ਕਿ ਅਸਲ ਵਿੱਚ ਇਹ ਔਂਕੜ ਇੱਕ ਵਚਨ ਦੀ ਨਿਸ਼ਾਨੀ ਹੈ, ਪਰ ਇਹ ਔਂਕੜ ਆਇਆ ਕਿੱਥੋਂ? ਭਾਸ਼ਾ ਦੀ ਖੋਜ ਦੇ ਅਨੁਸਾਰ ਇਹ ਗੁਰਮੁਖੀ ਭਾਸ਼ਾ ਵਿੱਚ ਕਿੱਥੋਂ ਕਿਵੇਂ ਬਣ ਕੇ ਆਇਆ, ਇਹਦੇ ਉੱਤੇ ਇੱਕ ਬਹੁਤ ਲੰਮੀ ਵਿਚਾਰ ਲੱਗੇਗੀ, ਸਮਾਂ ਲੱਗੇਗਾ। ਹੋ ਸਕਦਾ ਕਿ ਆਪਾਂ ਨੂੰ ਇੱਕ ਦਿਨ ਪੂਰਾ ਇਸ ਗੱਲ ਉੱਤੇ ਲਾਣਾ ਪਵੇ, ਪਰ ਇੱਥੇ ਆਪਾਂ ਅੱਜ ਇੰਨੀ ਕੁ ਸਾਂਝ ਕਰਾਂਗੇ। ਵੈਰ ਇਹ ਪੁਲਿੰਗ ਇੱਕ ਵਚਨ ਦੀ ਨਿਸ਼ਾਨੀ ਹੈ, ਔਰ ਇਹਦਾ ਅਰਥ ਜਿਹੜਾ ਹੈ, ਜਿਵੇਂ ਆਪਾਂ ਕੀ ਕਹਿੰਦੇ ਆ, ਫਲਾਣੇ ਦਾ ਵੈਰ ਉਹਦੇ ਨਾਲ ਹੈ, ਦੁਸ਼ਮਣੀ ਜਿਹਨੂੰ ਆਪਾਂ ਕਹਿੰਦੇ ਆ। ਤੇ ਦਾਸ ਨੇ ਇੱਥੇ ਆ ਵੀ ਥੋੜ੍ਹਾ ਜਿਹਾ ਜੋ ਗੁਰੂ ਨੇ ਦਿੱਤਾ ਹੈ ਕਿ ਇਹ ਜਿਹੜਾ ਨਿਰਵੈਰ ਸ਼ਬਦ ਹੈ, ਇਹ ਤਕਰੀਬਨ 49 ਵਾਰ ਗੁਰਬਾਣੀ ਦੇ ਵਿੱਚ ਆਇਆ ਹੈ। 49 ਕੁ ਵਾਰ ਇਹ ਸ਼ਬਦ ਗੁਰਬਾਣੀ ਦੇ ਵਿੱਚ ਆਇਆ ਹੈ। ਤੇ ਨਿਰਵੈਰ ਦਾ ਜਿਹੜਾ ਪੂਰਾ ਅਰਥ ਹੈ, ਆਪਾਂ ਨਿਰ ਦਾ ਕਰ ਲਿਆ ਬਿਨਾ, ਵੈਰ ਦੁਸ਼ਮਣੀ, ਵੈਰ, ਤੇ ਨਿਰਵੈਰ ਦਾ ਅਰਥ ਬਣ ਗਿਆ ਦੁਸ਼ਮਣੀ ਬਿਨਾ। ਜਿਹੜਾ ਇੱਕ ਓੰਕਾਰ ਹੈ, ਚੇਤੇ ਰੱਖਣਾ ਹੈ, ਉਹਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ। ਪਰ ਆਪਾਂ ਸੈਂਕੜੇ ਵਾਰੀ ਨਹੀਂ, ਜ਼ਿੰਦਗੀ ਵਿੱਚ ਹਜ਼ਾਰਾਂ ਵਾਰੀ ਕਹਿੰਦੇ ਆ ਕਿ ਪਰਮਾਤਮਾ ਨੇ ਬੁਰਾ ਕੀਤਾ, ਰੱਬ ਨੇ ਬੁਰਾ ਕੀਤਾ, ਰੱਬ ਨੇ ਸਾਡੇ ਨਾਲ ਧਰੋਹ ਕੀਤਾ। ਪੇਂਡੂ ਭਾਸ਼ਾ 'ਚ ਕਹਿੰਦੇ ਨੇ ਰੱਬ ਨੇ ਸਾਡੇ ਨਾਲ ਜ਼ੁਲਮ ਕੀਤਾ, ਔਰ ਇਹ ਸਾਰੀਆਂ ਗੱਲਾਂ ਝੂਠੀਆਂ ਨੇ। ਰੱਬ ਨਿਰਵੈਰ ਹੈ। ਔਰ ਕਦੇ ਦਾਸ ਇਹ ਗੱਲ ਕਹਿੰਦਾ ਹੁੰਦਾ ਸੀ ਕਿ ਗੁਰਬਾਣੀ ਤੱਤ ਹੈ, ਔਰ ਮੈਂ ਕਹਾਂਗਾ ਇਹ ਤੱਤ ਦਾ ਵੀ ਤੱਤ ਹੈ। ਗੁਰਬਾਣੀ ਗੁਰੂ ਜੀ ਨੇ ਜੀ ਕੇ ਦੱਸਿਆ ਹੋਇਆ ਸਾਨੂੰ ਸਾਰਾ ਕੁਝ। ਰੱਬ ਨਿਰਵੈਰ ਹੈ। ਅਗਰ ਗੁਰੂ ਜੀ ਨੇ ਕਹਿ ਦਿੱਤਾ ਨਾ ਕਿ ਨਿਰਵੈਰ ਹੈ, ਹੁਣ ਦੁਨੀਆ ਦੀ ਕੋਈ ਦਲੀਲ ਅਪੀਲ ਇਹਨੂੰ ਸਿੱਧ ਨਹੀਂ ਕਰ ਸਕਦੀ ਕਿ ਰੱਬ ਵੈਰ ਕਰਦਾ ਹੈ। ਰੱਬ ਨਿਰਵੈਰ ਹੈ, ਉਹਦਾ ਕਿਸੇ ਨਾਲ ਕੋਈ ਵੈਰ ਨਹੀਂ ਹੈ। ਔਰ ਜੋ ਕੁਝ ਸਾਨੂੰ ਨਜ਼ਰ ਆਇਆ, ਕਿਸੇ ਨੂੰ ਘਾਟਾ ਪੈ ਗਿਆ ਉਹ ਕਹਿੰਦਾ ਰੱਬ ਨੇ ਕੀਤਾ, ਕਿਸੇ ਦਾ ਜਵਾਨ ਬੱਚਾ ਚਲਾ ਗਿਆ ਕਹਿੰਦਾ ਰੱਬ ਨੇ ਜ਼ੁਲਮ ਕੀਤਾ, ਧਰੋਹ ਕੀਤਾ। ਇਹ ਸਾਰਾ ਕੁਝ ਜਿਹੜਾ ਹੈ ਇਹ ਸਾਡੇ ਕਰਮਾਂ ਉੱਤੇ ਨਿਰਭਰ ਹੈ। ਔਰ ਸਾਦੇ ਸ਼ਬਦਾਂ 'ਚ ਸਮਝਣਾ ਹੋਵੇ ਤੇ ਮੈਂ ਇਹਨੂੰ ਇਸ ਤਰ੍ਹਾਂ ਸਮਝਾਂਗਾ ਤੇ ਆਖਾਂਗਾ ਕਿ ਕੋਈ ਮਨੁੱਖ ਜੋ ਕਰਮ ਕਰਦਾ ਹੈ ਉਹ ਜੱਜ ਦੇ ਪੇਸ਼ ਹੁੰਦਾ ਹੈ, ਤੇ ਜਿਹੜਾ ਜੱਜ ਬੈਠਾ ਹੋਇਆ ਉਹਦਾ ਉਸ ਬੰਦੇ ਨਾਲ ਕੋਈ ਲੈਣ ਦੇਣ ਨਹੀਂ ਹੈ, ਪਰ ਉਹਨੇ ਸੁਣ ਕੇ ਤੇ ਫੈਸਲਾ ਕੀਤਾ ਕਿ ਇਸ ਗੁਨਾਹ ਦੇ ਬਦਲੇ ਇਹਨੂੰ ਆਹ ਸਜ਼ਾ ਦਿਓ। ਹੁਣ ਜੱਜ ਜ਼ੁਲਮ ਨਹੀਂ ਕਰ ਰਿਹਾ, ਧਰੋਹ ਨਹੀਂ ਕਰ ਰਿਹਾ, ਕੀਤੇ ਦੀ ਸਜ਼ਾ ਮਿਲਦੀ ਹੈ। ਔਰ ਗੁਰਦੇਵ ਜੀ ਦਾ ਇਹ ਦੱਸਿਆ ਹੋਇਆ ਸਿਧਾਂਤ ਹੈ, ਜਿਹਾ ਬੀਜੈ ਸੋ ਲੁਣੈ। ਲੁਣੈ ਦਾ ਅਰਥ ਹੈ ਵੱਢਣਾ। ਜਿਹੋ ਜਿਹਾ ਮਨੁੱਖ ਬੀਜਦਾ ਉਹੋ ਜਿਹਾ ਹੀ ਵੱਢਦਾ ਹੈ। ਰੱਬ ਆਪਾਂ ਚੰਗੀ ਤਰ੍ਹਾਂ ਇਹ ਗੱਲ ਸਮਝ ਲਈਏ। ਕੁਝ ਵਿਚਾਰ ਇਹਦੇ ਉੱਤੇ ਹੋਰ ਕਰਨੀ ਹੈ, ਪਰ ਮੈਂ ਇੱਥੇ ਗੁਰਬਾਣੀ ਨਾਲ ਥੋੜ੍ਹੀ ਜਿਹੀ ਵਿਚਾਰ ਆਪ ਜੀ ਨਾਲ ਹੋਰ ਕਰਨੀ ਹੈ ਕਿ ਨਿਰਵੈਰ ਸ਼ਬਦ ਜਿੱਥੇ ਇੱਕ ਓੰਕਾਰ ਵਾਸਤੇ ਆਇਆ ਹੈ, ਉੱਥੇ ਗੁਰੂ ਵਾਸਤੇ ਵੀ ਨਿਰਵੈਰ ਸ਼ਬਦ ਆਇਆ।
ਇੱਥੇ ਦਾਸ ਨੇ ਗੁਰੂ ਵਾਸਤੇ ਲਿਖਿਆ, ਤੇ ਮੇਰੇ ਵੀਰ ਜੀ ਹੋਰਾਂ ਨੇ ਜਿਨ੍ਹਾਂ ਨੇ ਇੰਗਲਿਸ਼ ਵਿੱਚ ਕੀਤਾ, ਕਿਉਂਕਿ ਕਈ ਵਾਰੀ ਐਸਾ ਹੁੰਦਾ ਕਿ ਜਿਹੜੇ ਮੂੰਹ ਦੇ ਲਫ਼ਜ਼ ਹੁੰਦੇ ਨੇ ਉਹਨਾਂ ਦੇ ਪੂਰੇ ਭਾਵ ਜ਼ੁਬਾਨ ਨਾਲ ਨਹੀਂ ਛੇਤੀ ਛੇਤੀ ਕਹੇ ਜਾਂਦੇ। ਅਸਲ 'ਚ ਗੁਰੂ ਵਾਸਤੇ ਦੀ ਥਾਂ ਤੇ ਸ਼ਬਦ ਇਹ ਕਹਿਣਾ ਸੀ ਕਿ ਜਿਵੇਂ ਇੱਕ ਓੰਕਾਰ ਦਾ ਵਿਸ਼ੇਸ਼ਣ ਹੈ, ਇਸ ਤਰ੍ਹਾਂ ਨਿਰਵੈਰ ਗੁਰੂ ਦਾ ਵੀ ਵਿਸ਼ੇਸ਼ਣ ਹੈ। ਇਹ ਵਿਸ਼ੇਸ਼ਣ ਹੈ, ਗੁਰੂ ਦੀ ਵਿਸ਼ੇਸ਼ਤਾ ਵੀ ਨਿਰਵੈਰ ਨਾਲ ਗੁਰਬਾਣੀ ਵਿੱਚ ਪ੍ਰਗਟ ਕੀਤੀ ਹੈ। ਔਰ ਬੜਾ ਹੀ ਪਿਆਰਾ ਪ੍ਰਮਾਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਸਾਹਿਬ ਨੇ ਗੁਰੂ ਦੇ ਸੰਬੰਧ ਵਿੱਚ ਆਪਾਂ ਚੇਤੇ ਕਰ ਲਈਏ ਕਿ ਗੁਰੂ ਕਿੰਨਾ ਵੱਡਾ ਹੈ। ਸਤ ਗੁਰ ਨਿਰਵੈਰ ਪੁੱਤਰ ਸਤਰ ਸਮਾਨੇ, ਔਗਣ ਕਟੇ ਕਰੇ ਸੁਧ ਦੇਹਾ। ਅਰਥ ਮੇਰੇ ਵੀਰ ਜੀ ਨੇ ਕੀਤੇ ਹੋਏ ਨੇ। ਸਤ ਗੁਰੂ ਨੂੰ ਕਿਸੇ ਨਾਲ ਵੈਰ ਨਹੀਂ। ਗੁਰੂ ਤੇ ਹਜ਼ਾਰਾਂ ਬਣ ਕੇ ਬੈਠੇ ਨੇ, ਪਰ ਮੇਰੇ ਧੰਨ ਗੁਰੂ ਨਾਨਕ ਵਰਗਾ ਗੁਰੂ, ਗੁਰੂ ਅਰਜਨ ਦੇਵ ਜੀ ਵਰਗਾ ਗੁਰੂ, ਗੁਰੂ ਤੇਗ ਬਹਾਦਰ ਸਾਹਿਬ ਜੀ ਵਰਗਾ ਗੁਰੂ, ਗੁਰੂ ਗੋਬਿੰਦ ਸਿੰਘ ਜੀ ਵਰਗਾ ਗੁਰੂ। ਦੇਖੋ, ਸਤ ਗੁਰ ਨਿਰਵੈਰ, ਸਤ ਗੁਰੂ ਨੂੰ ਕਿਸੇ ਨਾਲ ਵੈਰ ਨਹੀਂ। ਔਰ ਅੱਗੇ ਜਾਣ ਤੋਂ ਪਹਿਲਾਂ ਮੈਂ ਫਿਰ ਇਹ ਗੱਲ ਕਹਾਂਗਾ ਕਿ ਜਿੰਨੇ ਮੇਰੇ ਭੈਣ ਭਰਾ ਆਪ ਜੀ ਬੈਠੇ ਸੁਣ ਰਹੇ ਹੋ, ਹੋਰਾਂ ਵੀਰਾਂ ਭੈਣ ਭਰਾਵਾਂ ਨੇ ਸੁਣਨਾ ਹੈ, ਅਸੀਂ ਖਾਲੀ ਉਸ ਤਰ੍ਹਾਂ ਦਾ ਜਾਪ ਨਾ ਕਰੀਏ ਕਿ ਫਲਾਣੇ ਬਾਬਾ ਜੀ ਨੇ ਦੱਸਿਆ ਸੀ ਕਿ ਤੂੰ 108 ਵਾਰੀ ਮੂਲ ਮੰਤਰ ਦਾ ਪਾਠ ਕਰਨਾ ਹੈ ਤੇ ਸਵੇਰੇ ਸਵੇਰੇ ਇਸ ਤਰ੍ਹਾਂ ਕਰਨਾ ਹੈ ਤੇ ਪਾਣੀ ਧਰ ਕੇ ਸਾਹਮਣੇ ਗੜਵਾ ਰੱਖ ਕੇ ਤੂੰ ਸਿਮਰਨ ਕਰਨਾ ਹੈ। ਦੇਖੋ, ਸਿਮਰਨ ਦਾ ਮਤਲਬ ਆਪਾਂ ਮੂਲ ਮੰਤਰ ਵਾਲੇ ਗੁਣ ਤੇ ਇਹ ਗੁਰੂ ਦੇ ਗੁਣਾਂ ਨੂੰ ਜ਼ਿੰਦਗੀ ਵਿੱਚ ਵਾਰ-ਵਾਰ ਵਿਚਾਰਨਾ ਹੈ ਔਰ ਇਹਨੂੰ ਧਾਰਨ ਕਰਨਾ ਹੈ। ਦੇਖੋ, ਹੁਣ ਇੱਕ ਓੰਕਾਰ ਵੀ ਨਿਰਵੈਰ ਹੈ ਤੇ ਸਤ ਗੁਰੂ ਵੀ ਨਿਰਵੈਰ ਹੈ। ਔਰ ਅਸੀਂ ਸਿੱਖ ਤਾਂ ਹਾਂ ਜੇ ਅਸੀਂ ਨਿਰਵੈਰ ਹੋਵਾਂਗੇ, ਫਿਰ ਸਮਝਣਾ ਕਿ ਅਸੀਂ ਮੂਲ ਮੰਤਰ ਦਾ ਪਾਠ ਕੀਤਾ, ਫਿਰ ਸਮਝਣਾ ਕਿ ਅਸੀਂ ਮਾਲਾ ਫੇਰੀਏ ਜਾਂ ਪੜ੍ਹਿਆ ਹੈ ਜਾਂ ਜਪਿਆ ਹੈ। ਖਿਮਾ ਕਰਨਾ, ਪਰ ਇਹ ਮੈਂ ਕਹਾਂਗਾ ਕੋਈ ਹਜ਼ਾਰਾਂ ਲੱਖਾਂ ਵਿੱਚੋਂ ਹੋਵੇਗਾ ਜਿਹਦੇ ਅੰਦਰ ਵੈਰ ਨਹੀਂ ਹੈ। ਕੱਲ ਸ਼ਾਮ ਦੇ ਸਮੇਂ ਕੋਈ ਵਿਚਾਰ ਕਰ ਰਹੇ ਸੀ, ਮੈਂ ਬੱਚਿਆਂ ਨੂੰ ਵੀ ਦੱਸ ਰਿਹਾ ਸੀ ਵੀ ਕੈਸੀ ਗੱਲ ਹੈ ਕਿ ਮਨੁੱਖ ਉਸ ਇੱਕ ਓੰਕਾਰ ਨੂੰ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਂਦਾ ਹੈ, ਪਰ ਕਿਸੇ ਅਣਬਣ ਕਾਰਨ ਸਾਹਮਣੇ ਖਲੋਤੇ ਨੂੰ ਫਤਿਹ ਨਹੀਂ ਬੁਲਾਉਂਦਾ। ਉਸੇ ਗੁਰਦੁਆਰੇ ਵਿੱਚ ਜਿਹੜਾ ਇੱਕ ਓੰਕਾਰ ਦਾ ਪ੍ਰਕਾਸ਼ ਬੈਠਾ ਹੈ ਤੇ ਉਪਦੇਸ਼ ਦਿੰਦਾ ਹੈ, ਉਸ ਇੱਕ ਓੰਕਾਰ ਦੇ ਇਸ ਉਪਦੇਸ਼ ਨੂੰ, ਗੁਰੂ ਦੇ ਇਸ ਉਪਦੇਸ਼ ਨੂੰ ਮੰਨਦਾ ਨਹੀਂ। ਖਿਮਾ ਕਰਨਾ, ਜਿਹਦੇ ਨਾਲ ਕਿਸੇ ਕਾਰਨ ਮਨ ਮਟਾਵ ਸੰਸਾਰ ਵਿੱਚ ਹੋ ਹੀ ਜਾਂਦਾ ਹੈ, ਪਰ ਬੰਦਾ ਉਹਨੂੰ ਫਤਿਹ ਨਹੀਂ ਬੁਲਾ ਕੇ ਰਾਜੀ। ਔਰ ਆਪਾਂ ਇਸ ਗੱਲ ਵਿੱਚ ਸ਼ਾਮਲ ਹਾਂ। ਆਪਾਂ ਵੇਖਦੇ ਹਾਂ ਇਹ ਫਲਾਣੀ ਪਾਰਟੀ ਨਾਲ ਸੰਬੰਧਿਤ ਹੈ, ਇਹ ਫਲਾਣੇ ਨਾਲ ਜੁੜਿਆ ਹੋਇਆ ਹੈ। ਸਾਡੇ ਅੰਦਰ ਜਿਹੜਾ ਹੈ ਵੈਰ ਭਾਵ ਬੈਠਾ ਹੋਇਆ ਹੈ। ਇਸ ਕਰਕੇ ਇਹ ਗੱਲ ਆਪਾਂ ਚੰਗੀ ਤਰ੍ਹਾਂ ਵਿਚਾਰਨੀ ਹੈ ਕਿ ਸਾਡੀ ਜ਼ਿੰਦਗੀ ਵਿੱਚ ਵੈਰ ਭਾਵ ਨਾ ਹੋਵੇ ਕਿਸੇ ਪ੍ਰਤੀ। ਇੱਥੋਂ ਤੱਕ ਮੈਂ ਕਹਾਂਗਾ ਮਨ ਮੁਖ ਪ੍ਰਤੀ ਵੀ ਨਾ ਹੋਵੇ ਵੈਰ, ਸ਼ਰਾਬੀ ਪ੍ਰਤੀ ਵੀ ਨਾ ਹੋਵੇ, ਚੋਰ ਦੇ ਪ੍ਰਤੀ ਵੀ ਵੈਰ ਭਾਵ ਨਾ ਹੋਵੇ। ਦੇਖੋ, ਕਿਸੇ ਭੈਣ ਭਰਾ ਨੂੰ ਸਮਝਾਉਣਾ ਵੱਖਰੀ ਚੀਜ਼, ਪਰ ਵੈਰ ਰੱਖਣਾ ਵੱਖਰੀ ਚੀਜ਼ ਹੈ। ਵੈਰ ਹੋਰ ਚੀਜ਼ ਹੈ, ਸਮਝਾਉਣਾ ਪੜ੍ਹਾਉਣਾ ਸਿਖਾਉਣਾ ਹੋਰ ਚੀਜ਼ ਹੈ। ਤਾਂ ਇਹ ਇੱਕ ਆਪਾਂ ਚੇਤੇ ਰੱਖੀਏ ਕਿ ਗੁਰੂ ਦਾ ਬਹੁਤ ਵੱਡਾ ਗੁਣ ਹੈ। ਔਰ ਇਹਦੀ ਫਿਰ ਵੀ ਸਮਝ ਨਾ ਆਵੇ ਤੇ ਫਿਰ ਆਪਾਂ ਨੂੰ ਗੁਰੂ ਅਰਜਨ ਦੇਵ ਜੀ, ਗੁਰੂ ਨਾਨਕ ਦੇਵ ਜੀ, ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਕਲਗੀਧਰ ਪਿਤਾ ਨੂੰ ਚੇਤੇ ਕਰਾਂਗੇ। ਔਰ ਚੇਤੇ ਕਰਿਓ ਜੇ ਭਾਈ ਕਨ੍ਹਈਆ ਜੀ ਵਰਗੇ, ਔਰ ਜਿਹੜੇ ਹੋਰ ਸਾਡੇ ਬਜ਼ੁਰਗ ਹੋਏ ਨੇ, ਜੱਸਾ ਸਿੰਘ ਆਹਲੂਵਾਲੀਆ ਵਰਗੇ, ਨਵਾਬ ਕਪੂਰ ਸਿੰਘ ਜੀ ਵਰਗੇ, ਕਿਉਂਕਿ ਦਾਸ ਉੱਥੇ ਹੀ ਪਿਛਾਂ ਜਾਂਦਾ, ਹੁਣ ਤਾਂ ਲੱਭਣਾ ਬੜਾ ਔਖਾ ਜਿਹਾ ਹੋ ਗਿਆ ਕੁਝ, ਤੇ ਉਹਨਾਂ ਦੇ ਅੰਦਰ ਇਹ ਗੁਣ ਸਨ।
ਤਾਂ ਇੱਥੇ ਗੁਰਦੇਵ ਜੀ ਨੇ ਦੱਸਿਆ ਕਿ ਗੁਰੂ ਜਿਹੜਾ ਹੈ ਉਹ ਨਿਰਵੈਰ ਹੈ। ਔਰ ਫਿਰ ਨਾਲ ਇਹ ਵੀ ਲਿਖਿਆ ਪੁੱਤਰ ਸਤਰ ਸਮਾਨੇ, ਉਸ ਨੂੰ ਪੁੱਤਰ ਤੇ ਵੈਰੀ ਇੱਕੋ ਜਿਹੇ ਪਿਆਰੇ ਲੱਗਦੇ ਨੇ। ਜੋ ਕੋਈ ਵੀ ਉਸ ਦੀ ਸ਼ਰਨ ਆਵੇ ਉਸ ਦੇ ਔਗਣ ਕੱਟ ਕੇ ਗੁਰੂ ਉਸ ਦੇ ਸਰੀਰ ਨੂੰ ਸੁੱਧ ਕਰ ਦਿੰਦਾ ਹੈ। ਇਹ ਗੁਰੂ ਦਾ ਵੱਡਾ ਗੁਣ ਹੈ। ਇਸ ਤੋਂ ਅੱਗੇ ਗੁਰਬਾਣੀ ਨੇ ਅਕਾਲ ਪੁਰਖ ਦੀ ਬੰਦਗੀ ਵਾਲੇ ਭਗਤਾਂ ਨੂੰ ਨਿਰਵੈਰ ਆਖਿਆ ਹੈ। ਉਂਝ ਤੇ ਭਾਵੇਂ ਜਿਹੜਾ ਮਰਜੀ ਭਗਤ ਹੈ ਤੇ ਗੁਰਮੁਖ ਹੈ, ਪਰ ਗੁਰਬਾਣੀ ਭਗਤਾਂ ਨੂੰ ਨਿਰਵੈਰ ਆਖਦੀ ਹੈ। ਔਰ ਜੇ ਭਗਤਾਂ ਦੀ ਸਮਝ ਨਾ ਆਵੇ, ਪਰਿਭਾਸ਼ਾ ਸਮਝ ਨਾ ਆਵੇ ਕਿ ਭਗਤ ਕਿਹੋ ਜਿਹੇ ਨੇ, ਕਿਉਂਕਿ ਭਾਵੇਂ ਜਿਹੜਾ ਹੀ ਚੋਲਾ ਪਾਈ ਫਿਰਦਾ, ਪਰਦਾਸ ਸਤਿਕਾਰਦਾ ਭਗਤਾਂ ਨੂੰ, ਸੰਤਾਂ ਨੂੰ, ਮਹਾਂਪੁਰਸ਼ਾਂ ਨੂੰ, ਪਰ ਬਸ਼ਰਤੇ ਕਿ ਉਹ ਕਬੀਰ ਜੈਸਾ ਹੋਵੇ। ਔਰ ਗੁਰਬਾਣੀ ਨੇ ਅਕਾਲ ਪੁਰਖ ਦੀ ਬੰਦਗੀ ਵਾਲੇ ਭਗਤਾਂ ਨੂੰ ਨਿਰਵੈਰ ਆਖਿਆ ਹੈ। ਜਿਵੇਂ ਸਾਹਿਬ ਦਾ ਬਚਨ ਹੈ ਗੁਰੂ ਅਰਜਨ ਦੇਵ ਜੀ ਦਾ 1145 ਅੰਕ ਤੇ ਹੈ, ਪਾਰ ਬ੍ਰਹਮ ਕੇ ਭਗਤ ਨਿਰਵੈਰ। ਤਾਂ ਹੀ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਇੰਨੀ ਯਾਤਰਾ ਤੋਂ ਬਾਅਦ ਸਿਰਫ 94 14 15 ਭਗਤ ਮਿਲੇ। ਕਾਨਾ, ਪੀਲੂ, ਛੱਜੂ ਵਰਗੇ ਹਜ਼ਾਰਾਂ ਸਨ। ਖਾਲੀ ਲਿਖ ਲੈਣ ਨਾਲ, ਕਵਿਤਾ ਬਣਾਉਣ ਨਾਲ ਜਾਂ ਬੋਲਣ ਨਾਲ ਕੋਈ ਭਗਤ ਨਹੀਂ ਬਣ ਜਾਂਦਾ। ਔਰ ਇੱਥੇ ਆਪਾਂ ਉਹਨਾਂ ਦੇ ਔਗਣ ਨਹੀਂ ਜਾਂ ਕਮੀ ਨਹੀਂ ਵੇਖਣੀ, ਬਲਕਿ ਆਪਣੇ ਆਪ ਨੂੰ ਆਪਾਂ ਸਮਝਾਉਣਾ ਹੈ ਕਿ ਗੁਰਦੇਵ ਜੀ ਜਿਵੇਂ ਦੱਸ ਰਹੇ ਨੇ ਕਿ ਜਿਹੜੇ ਭਗਤ ਨੇ ਉਹ ਨਿਰਵੈਰ ਹੁੰਦੇ ਨੇ। ਜੇ ਗੁਰੂ ਨਿਰਵੈਰ ਹੈ ਤੇ ਜੇ ਆਪਾਂ ਸਿੱਖ ਹਾਂ ਤੇ ਤਾਂ ਸਹੀ ਸਿੱਖ ਹਾਂ, ਜੇ ਅਸੀਂ ਵੀ ਇਸ ਗੁਣ ਨੂੰ ਧਾਰਨ ਕਰੀਏ। ਗੁਰੂ ਕਿਰਪਾ ਕਰੇ। ਇਹ ਸਾਡੇ ਅੰਦਰ ਇੱਕ ਬਹੁਤ ਮਾੜੀ ਬਿਰਤੀ ਹੈ, ਜਿਹਦੇ ਕਰਕੇ ਗੁਰੂ ਘਰਾਂ ਦੇ ਅੰਦਰ ਇਹ ਇੰਨਾ ਕੁਝ ਹੁੰਦਾ ਹੈ ਕਿ ਉਸ ਸਮੇਂ ਇੰਜ ਲੱਗਦਾ ਕਿ ਜਿਵੇਂ ਇੱਥੇ ਸਿਰਫ ਇਹਨਾਂ ਦਾ ਰਾਜ ਹੈ, ਗੁਰੂ ਨਾਨਕ ਦਾ ਜਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਥੇ ਕੋਈ ਲੈਣ ਦੇਣ ਨਹੀਂ ਹੈ। ਪਾਰ ਬ੍ਰਹਮ ਕੇ ਭਗਤ ਨਿਰਵੈਰ। ਇੱਥੇ ਦਾਸ ਨੇ ਥੋੜੀ ਜੀ ਆ ਵੀ ਸਾਂਝ ਕੀਤੀ ਹੈ ਕਿ ਨਿਰਵੈਰ ਸ਼ਬਦ ਜਿਹੜਾ ਹੈ ਇੱਥੇ ਰਾਰੇ ਨੂੰ ਔਂਕੜ ਨਹੀਂ ਹੈ। ਦਾਸ ਇੱਥੇ ਲਿਖ ਦਿੰਦਾ ਮਾੜਾ ਜਿਹਾ, ਆਪ ਜੀ ਨੇ ਥੋੜਾ ਜਿਹਾ ਖਿਆਲ ਵਿੱਚ ਰੱਖਣਾ। ਨਿਰਵੈਰ ਰਾਰੇ ਨੂੰ ਔਂਕੜ ਹੈ, ਨਿਰਵੈਰ ਪੁਲਿੰਗ ਹੈ। ਇਹ ਇੱਕ ਵਚਨ ਹੈ, ਪੁਲਿੰਗ ਇੱਕ ਵਚਨ, ਇਹ ਬਹੁਵਚਨ ਸ਼ਬਦ ਹੈ। ਔਰ ਜਿਹੜਾ ਇੱਕ ਵਚਨ ਹੈ ਉਹ ਤੇ ਤਕਰੀਬਨ 49 ਕੁ ਵਾਰ ਆਇਆ। ਇਹ ਨਿਰਵੈਰ ਸ਼ਬਦ ਜਿਹੜਾ ਹੈ ਇਹ 11 ਕੁ ਵਾਰੀ ਆਇਆ ਹੈ। ਔਰ ਇੱਥੇ ਮੈਂ ਆਪ ਜੀ ਨਾਲ ਥੋੜੀ ਜਿਹੀ ਹੋਰ ਸਾਂਝ ਕਰਾਂਗਾ। ਇੱਕ ਸਰੂਪ ਹੋਰ ਗੁਰਬਾਣੀ ਵਿੱਚ ਇਹਦਾ ਆਇਆ ਹੈ। ਰਾਰੇ ਨੂੰ ਸਿਹਾਰੀ ਵੀ ਗੁਰਬਾਣੀ ਵਿੱਚ ਲਿਖੀ ਹੋਈ ਹੈ। ਇੱਕ ਸਰੂਪ ਆਇਆ ਔਰ ਹੋਰ ਗੱਲ ਹੈ ਕਿ ਉਹ ਇੱਕੋ ਵਾਰੀ ਆਇਆ। ਸਾਰੀ ਗੁਰਬਾਣੀ ਵਿੱਚ ਇੱਕ ਵਾਰੀ ਹੀ ਆਇਆ। ਔਰ ਇਹ ਕਿੱਥੇ ਆਇਆ? 1393 ਅੰਕ ਤੇ ਹੈ। ਇਹ ਸਵਈਆਂ ਦੇ ਵਿੱਚ ਹੈ ਔਰ ਪ੍ਰਮਾਣ ਆਪ ਜੀ ਦੇ ਸਾਹਮਣੇ ਹੈ। ਸਤ ਸੂਰੋ ਸੀਲ ਬਲਵੰਤ ਸਤ ਭਾਏ ਸੰਗਤ ਸਘਨ ਗਰੂ ਮਤ ਨਿਰਵੈਰ ਲੀਣਾ। ਸਤ ਸੂਰੋ, ਗੁਰੂ ਅਮਰਦਾਸ ਸਤ ਦਾ ਸੂਰਮਾ ਹੈ, ਭਾਵ ਨਾਮ ਦਾ ਰਸੀਆ। ਸੀਲ, ਸੀਲਵੰਤ ਹੈ। ਬਲਵੰਤ ਸਤ ਭਾਏ ਸੰਗਤ, ਉਹ ਸ਼ਾਂਤ ਸੁਭਾਅ ਵਿੱਚ ਤਕੜਾ ਹੈ, ਵੱਡੀ ਸੰਗਤ ਵਾਲਾ ਹੈ।
ਗਰੂ ਮਤ, ਗਰੂਆ ਇਹਨੂੰ ਸੰਸਕ੍ਰਿਤ 'ਚ ਕਹਿੰਦੇ ਨੇ, ਭਾਰਾ। ਇੱਥੇ ਗਰੂ ਦਾਸ ਐੜਾ ਬੋਲਦਾ ਹੁੰਦਾ, ਗਰੂ ਭਾਰਾ। ਗਰੂ ਮਤ, ਵੱਡੀ ਮੱਤ ਵਾਲਾ। ਗੁਰੂ ਅਮਰਦਾਸ ਵੱਡੀ ਮੱਤ ਵਾਲਾ ਹੈ। ਔਰ ਜਿਹੜਾ ਆਪਾਂ ਪਹਿਲਾਂ ਇੱਕ ਗੁਣ ਪੜ੍ਹਿਆ ਸੀ ਕਿ ਗੁਰੂ ਦਾ ਗੁਣ ਹੈ ਨਿਰਵੈਰ, ਔਰ ਇੱਥੇ ਕੀ ਲਿਖਿਆ ਹੋਇਆ ਹੈ? ਨਿਰਵੈਰ ਲੀਣਾ। ਰਾਰੇ ਨੂੰ ਸਿਹਾਰੀ ਹੈ, ਇਹਦਾ ਅਰਥ ਹੈ ਨਿਰਵੈਰ ਵਿੱਚ ਲੀਣਾ, ਜੁੜਿਆ ਹੋਇਆ ਹੈ। ਕਿ ਗੁਰੂ ਅਮਰਦਾਸ ਜੀ ਨਿਰਵੈਰ ਹਰੀ ਦੇ ਵਿੱਚ ਜੁੜਿਆ ਹੋਇਆ ਹੈ, ਲੀਨ ਹੈ, ਨਿਰਵੈਰ ਪਰਮਾਤਮਾ ਦੇ ਵਿੱਚ ਲੀਨ ਹੈ। ਤੇ ਇਹ ਤਿੰਨ ਸਰੂਪ ਨੇ ਇਹ ਆਪ ਜੀ ਦੇ ਸਾਹਮਣੇ ਜੋ ਗੁਰੂ ਜੀ ਨੇ ਬਖਸ਼। ਹਾਂ ਨਹੀਂ, ਖਿਮਾ ਕਰਨਾ, ਕਿਉਂਕਿ ਸਮਾਂ ਜ਼ਿਆਦਾ ਨਾ ਮਿਲਿਆ ਕਰਕੇ ਦਾਸ ਉਹਨੂੰ ਲਓ ਜੀ, ਇਹ ਡੂੰਗੀ ਹੈ ਜੀ, ਡੂੰਗੀ ਮੱਤ ਵਾਲਾ ਹੈ ਤੇ ਨਿਰਵੈਰ ਹਰੀ ਵਿੱਚ ਜੁੜਿਆ ਹੋਇਆ ਹੈ। ਇਸ ਤੋਂ ਅੱਗੇ ਦਾਸ ਇੱਥੇ ਇੱਕ ਵਾਰੀ ਨਿਰਭਉ ਨਿਰਵੈਰ ਦੇ ਅਰਥ ਦੁਬਾਰਾ ਦੁਹਰਾ ਲਵੇ ਕਿ ਨਿਰਵੈਰ ਕਿਹੜਾ ਇੱਕ ਓੰਕਾਰ ਹੈ, ਉਹ ਵੈਰ ਰਹਿਤ ਹੈ। ਇਹ ਨਿਰਵੈਰ ਵਿਸ਼ੇਸ਼ਣ ਹੈ ਇੱਕ ਓੰਕਾਰ ਦਾ। ਇਹ ਦੱਸਦਾ ਹੈ ਕਿ ਨਿਰਵੈਰ ਜਿਹੜਾ ਹੈ, ਇੱਕ ਓੰਕਾਰ ਜਿਹੜਾ ਹੈ, ਉਹ ਵੈਰ ਰਹਿਤ ਹੈ। ਔਰ ਇਹ ਰੱਬ ਦਾ ਵੱਡਾ ਗੁਣ ਹੈ। ਭਾਵੇਂ ਜਿਹਨੂੰ ਭਗਵਾਨ ਆਖ ਦੇਣਾ ਹੋਰ ਗੱਲ ਹੈ, ਪਰ ਜਦੋਂ ਤੁਸੀਂ ਪੁਰਾਣੇ ਗ੍ਰੰਥ ਪੜ੍ਹੋਗੇ ਉਹ ਕਿਸ ਤਰ੍ਹਾਂ ਇੱਕ ਦੂਜੇ ਦੇ ਨਾਲ ਵੈਰ ਕਰਦੇ ਸਨ ਲਿਖਿਆ ਹੋਇਆ, ਕਿਵੇਂ ਵੈਰ ਕਮਾਉਂਦੇ ਸੀ, ਕਿਵੇਂ ਕੁਝ ਹੁੰਦਾ ਸੀ, ਉਹ ਬਹੁਤ ਲੰਮੀ ਕਹਾਣੀ ਹੈ। ਇੱਥੇ ਇੱਕ ਗੱਲ ਆਪ ਜੀ ਦੇ ਨਾਲ ਮੈਂ ਸੰਖੇਪ ਵਿੱਚ ਥੋੜ੍ਹੀ ਜਿਹੀ ਹੋਰ ਸਾਂਝੀ ਕਰਨੀ ਹੈ। ਨਿਰਭਉ ਦੇ ਅਰਥ ਕਰਦਿਆਂ ਨਿਰ ਦੇ ਬਾਰੇ ਆਪਾਂ ਸਾਂਝ ਕੀਤੀ ਸੀ ਕਿ ਬਹੁਤੀ ਵਾਰੀ ਨਿਰ ਅਗੇਤਰ ਦੇ ਰੂਪ ਵਿੱਚ ਆਇਆ ਹੈ। ਇਹ ਆਪਾਂ ਸਾਂਝ ਕਰ ਚੁੱਕੇ ਹਾਂ ਕਿ ਨਿਰ ਅਗੇਤਰ ਦੇ ਰੂਪ ਵਿੱਚ ਆਇਆ ਹੈ। ਜਿਵੇਂ ਆਪਾਂ ਦੁਬਾਰਾ ਦੁਹਰਾ ਲਈਏ, ਨਿਰ ਭਉ, ਨਿਰ ਅਗੇਤਰ ਆਇਆ ਹੈ। ਪਰ ਚੇਤੇ ਰੱਖਣਾ ਕਿ ਕੁਝ ਥਾਵੇਂ ਇਹ ਅਗੇਤਰ ਨਹੀਂ, ਸਗੋਂ ਸ਼ਬਦ ਦਾ ਰੂਪ ਹੁੰਦਾ ਹੈ। ਇਹ ਦਾਸ ਨੇ ਸਾਂਝ ਕਰਨੀ ਜ਼ਰੂਰੀ ਸਮਝੀ ਤਾਂ ਕਿ ਕਿਸੇ ਥਾਂ ਤੇ ਅੱਗੇ ਜਾ ਕੇ ਭੁਲੇਖਾ ਨਾ ਲੱਗ ਜਾਵੇ। ਚੇਤੇ ਰੱਖਣਾ ਕਿ ਕੁਝ ਥਾਵੇਂ ਇਹ ਅਗੇਤਰ ਨਹੀਂ, ਸਗੋਂ ਸ਼ਬਦ ਦਾ ਰੂਪ ਹੁੰਦਾ ਹੈ ਅਤੇ ਉਸ ਵੇਲੇ ਇਸ ਦਾ ਅਰਥ ਵੀ ਬਿਨਾਂ ਨਹੀਂ ਹੁੰਦਾ। ਜਿਵੇਂ ਨਿਰ ਦਾ ਅਰਥ ਬਿਨਾਂ ਹੈ, ਉਦੋਂ ਬਿਨਾਂ ਅਰਥ ਨਹੀਂ ਹੁੰਦਾ, ਇਹ ਸ਼ਬਦ ਦਾ ਰੂਪ ਹੁੰਦਾ ਹੈ। ਤੇ ਗੁਰੂ ਨੇ ਜਿਹੜੀ ਕਿਰਪਾ ਕਰਕੇ ਜੋ ਪ੍ਰਮਾਣ ਦਿੱਤੇ ਨੇ ਗੁਰਬਾਣੀ ਵਿੱਚੋਂ, ਉਹ ਆਪ ਜੀ ਦੇ ਨਾਲ ਨੇ। ਜਿਵੇਂ ਨਿਰਖਤ ਤੁਹਾਡੇ ਸਾਹਮਣੇ ਹੈ ਸਕਰੀਨ ਤੇ। ਜਿਵੇਂ ਨਿਰਭਉ, ਭਉ ਬਿਨਾ, ਇੱਥੇ ਹੈ ਨਿਰਖਤ। ਇੱਥੇ ਨਿਰ ਹੁਣ ਉਹ ਨਿਰ ਨਹੀਂ ਹੈ, ਇਹ ਅਗੇਤਰ ਨਹੀਂ ਹੈ। ਬਸ ਇੱਥੇ ਆ ਇੱਕ ਗੱਲ ਆਪ ਜੀ ਨੇ ਚੇਤੇ ਰੱਖਣੀ ਹੈ, ਇਹ ਉਸ ਸ਼ਬਦ ਦਾ ਆਪਣਾ ਰੂਪ ਹੈ। ਇਹ ਸ਼ਬਦ ਪੂਰੇ ਦਾ ਪੂਰਾ 4 ਅੱਖਰਾਂ ਦਾ ਬਣਿਆ ਹੋਇਆ ਹੈ। ਇੱਥੇ ਨਿਰ ਅਗੇਤਰ ਨਹੀਂ ਹੈ। ਨਿਰਖਤ ਦਾ ਅਰਥ ਹੈ ਦੇਖਦਿਆਂ, ਪੂਰਾ ਹੀ ਦਾ ਅਰਥ ਹੈ ਦੇਖਦਿਆਂ, ਵੇਖਦਿਆਂ। ਨਿਰਖਤ ਦੇਖਦਿਆਂ, ਭਾਵ ਤਾਂਗ ਕਰਦਿਆਂ। ਤੇ ਪ੍ਰਮਾਣ ਹੈ ਭਗਤ ਜੀ ਦਾ, ਨਿਰਖਤ ਜਬ ਜਾਏ ਪਾਵਾ। ਅਰਥ ਨੇ ਦੀਦਾਰ ਦੀ ਤਾਂਗ ਕਰਦਿਆਂ ਜਦੋਂ ਆਖਰ ਦੀਦਾਰ ਹੁੰਦਾ ਹੈ। ਹੁਣ ਇੱਥੇ ਨਿਰਖਤ ਜਿਹੜਾ ਹੈ ਨਿਰ ਅਗੇਤਰ ਨਹੀਂ ਹੈ, ਇਹ ਸ਼ਬਦ ਦਾ ਰੂਪ ਹੈ। ਅੱਗੇ ਹੋਰ ਮੈਂ ਆਪਣੇ
दो विद्वानां तो बलिहारे जांदा हाँ, प्रोफैसर साहिब सिंह जी ते भाई कान सिंह जी नाभा। दास बलिहारे जांदा है, सदके जांदा है, जिन्हां ने मेरी समुची कौम नूं कुछ दिता और अज गुरु नानक देव जी की विचारधारा दे नाल जोड़न लई ये दो वीरां दी जिहड़ी मेहनत है बहुत रंग लियाई है। असी एक दो नहीं, हज़ारां प्रचारक हैं जिन्हां दी एक विचार है, 99%। क्योंकि जिन्ने वीर पढ़ते समझते ने वो इन्हां दे नाल जुड़े होण करके, इन्हां दी खोज बड़ी वड्डी होण करके असी एक भैन भरावां वांगू सारे मिलते हैं और साडी सारियां दी इस तरह की विचार बन रही है। वीर जी ने एक होर प्रमाण दिता है, भाई कान सिंह जी नाभा जी ने, ये निर्गम शब्द है, वेख रहे हो ऐडे प्रमाण विच निर्गम, ये निगम की थां ते वरत्या होया। निगम का अर्थ होंदा है वेद। गल आपां वैसे निर दी कर रहे हैं कि निर अगेतर नहीं है, शब्द का रूप है और ये निगम की थां ते वरत्या होया। कबीर जी का वचन है पन्ना 476 ते, आगम निर्गम ज्योतिक जानह बहु बहु व्याकरणा। हुण इत्थे निर्गम शब्द निगम की थां ते है, पर ਇਹਦਾ अर्थ क्योंकि एक खास प्रमाण मेरी निगाह विच आया सी, ਇਹਦਾ अर्थ बिल्कुल इंज बन सकता है निर्गम, गम बिना, पहुँच बिना, क्योंकि दो वक्रे वक्रे निरभौ वांगू लग सकते सी, पर ये वो नहीं है। ये निगम की थावें निर्गम जिहड़ा शब्द लिखिया होया और प्रमाण आपां पढ़िया, आगम निर्गम ज्योतिक जानह बहु बहु व्याकरणा। अर्थ ने जो लोग शास्त्र वेद ज्योतिष ते कई व्याकरण जानते हैं, इत्थे निर्गम शब्द जिहड़ा है ये वेद लई आया है। एक होर शब्द निर्जास। हुण इत्थे भी निर अगेतर नहीं है, ये शब्द का रूप है। और दास ने जिवें लिखिया होया है संस्कृत विच निर्यास, पर इत्थे रारे दे नाल स्टार पाया होया है। ये मैं अपने ध्यान वास्ते रखिया होया क्योंकि मेरे कोलों कंप्यूटर च रारा वो नहीं सी जिहड़ा उत्ते पाया जा सके। हिंदी दे विच दास ने इत्थे इंज लिखिया होया कंप्यूटर विच निर्यास, पर मेरे कोल वो कंप्यूटर विच ना होने करके वो लफज ये इंज लिखिया होया है। ਇਹਦਾ मतलब ये है निर्यास, रारा उत्ते पाउणा है। ਇਹਦਾ अर्थ है निर्णा, ਇਹਦਾ अर्थ है निर्णा। इत्थे निर्जास से निर्णा, निर्णा करके। और एक गल होर मैं आप जी दे नाल इस निर्यास बारे भी कह देवां। निर्जास गुरबाणी विच सिर्फ 6 बार आया है और ਇਹਦਾ इक्को ही रूप है, ये मुक्ता नहीं है, ना ही मुक्ता है ना ही इनू औंकड़ है। ये सिर्फ इक्को ही रूप विच आया है। निर्जास सस्से नू सियारी है, तो इत्थे निर्जास दे विच जिहड़ा निर है ये अगेतर नहीं है बल्कि शब्द का रूप है। और ये वास्ते एक होर बड़ा प्यारा प्रमाण जिहदे विच इहदे अर्थ बहुते ही स्पष्ट हो जाते हैं, वो है गुरबाणी दे विच 923 अंक ते बचन है। और इस बचन दे करता सत्कारयोग बाबा सुंदर जी ने। और बाबा सुंदर जी मेरे श्री गुरु रामदास जी दे पड़पोतरे हैं। श्री गुरु अमरदास जी दे, हाँ जी, श्री हो सकता मूँह चो रामदास जी निकले, गुरु जी क्षमा करना, श्री गुरु अमरदास जी दे पड़पोतरे हैं बाबा सुंदर जी। और इन्हां दी एक ही रचना है जिहदा नाम सद है, तो उहदे विच वो लिख रहे ने, तुसी पुत भाई परिवार मेरा मन वेखो कारे निर्जास जियो। निर्जास इहदा अर्थ निर्णा है। तुसी मेरे पुत्र हो, मेरे भरा हो,
मेरा परिवार हो। गुरु जी दे अंदर दिल साडे वास्ते सिखां लई संसार लई की बोलदा है कि तुसी मेरे पुत्र हो, भरा हो, परवाह हो। मन विच क्यास करके वेखो, मन विच निर्णय करके वेखो। तो ये जिहड़ी आपां विचार इत्थे साझे कर रहे सी, वो सिर्फ ये सी कि निर अगेतर नहीं हुंदा, सगों शब्द का रूप भी हुंदा है। अगेतर भी हुंदा है, वो आपां पहलां पढ़ चुके हैं, पर शब्द का रूप भी हुंदा। एक होर प्रमाण है ससा, निर्णव, इहदा अर्थ है निर्णा। जिवें विवेक नहीं हुंदा, कोई विवेक करनी, दिमाग नाल विचार करनी, निर्णय करना, तो इहदा उत्थे भी ये शब्द निर्णव आया गुरबाणी विच। 708 अंक ते है। धन गुरु अर्जन देव जी का बचन है, आन स्वाद सभ फीकिया कर निर्णव डीठा। उन्हां ने खोज के वेख लिया है कि नाम तो बिना होर सारे स्वाद फिक्के हन। हुण इत्थे निर्णव दा अर्थ है निर्णय करके, खोज करके वेख लिया भगतां ने, रब दे प्यारियां ने, कि नाम तो बिना बाकी सारा कुछ जिहड़ा है वो फिक्का है। इस तरह गुरबाणी विच कुछ होर भी शब्द ने, निरतकार, निर्बाहो, निर्मयो, निर्वरी। ये सारे शब्द, इन्हां विच भी निर शब्द आया है। इहदा अर्थ भी अगेतर वाला, बिना नहीं है। तो इस करके आप जी दे नाल अज ये दास सिर्फ 2 ही शब्द मूल मंत्र विचों साझे कर सकिया है। और दास अपने समूह भैन भरावां नूं ਜਿਹੜੇ भी गुरु की बाणी नूं प्यार करते हैं, भी इस विचार विच ये जिहड़ी विचार है ये कोई अखीर नहीं है कि इस तो अगे विचार नहीं हो सकती, या इस तो अगे अर्थ नहीं हो सकते, या इस तो अगे नूं एक्सप्लेन नहीं किया जा सकता। तो एक्सप्लेन भी तुसी करना है। और एक गल जिहड़ी कि कोई भी भुल रह जावे बोलण विच, इत्थे लिखण विच, स्क्रीन ते या सिद्धांतक तौर पर, उसनूं आप सारे भैन भरावां ने सुधार लेना है। अज दी विचार अज आपां इत्थे समाप्त करते हाँ। तो इस तों अगली विचार जिहड़ी है अकाल मूरत ते जिहड़ी है वो काफ़ी डूंगी विचार है। उस दिन आपां अगली विचार जिहड़ी है इक्को अखर ते ही अकाल मूरत ते इकल्ले ते करांगे। गुरु किरपा करे, प्यार सहित फतेह बुलावो। वाहिगुरु जी का खालसा, वाहिगुरु जी की फतेह।